ਅੱਜ ਦਾ ਸਾਡਾ ਟੌਪਿਕ ਹੈਗਾ ਇੰਟਰਨਲ ਰੈਜ਼ਿਸਟੈਂਸ ਕੀ ਹੁੰਦੀ ਹੈ ਤੇ ਉਹਦੇ ਲਈ ਅਸੀਂ ਐਕਸਪ੍ਰੈਸ਼ਨ ਫਾਈਂਡ ਕਰਾਂਗੇ। ਜੇ ਇੰਟਰਨਲ ਰੈਜ਼ਿਸਟੈਂਸ ਦੀ ਗੱਲ ਕਰੀਏ, ਕਿਉਂਕਿ ਕੋਈ ਵੀ ਸੈੱਲ ਹੈ ਤਾਂ ਉਹਦੀ ਕੋਈ ਨਾ ਕੋਈ ਰੈਜ਼ਿਸਟੈਂਸ ਤਾਂ ਹੁੰਦੀ ਹੈ ਸਰਕਟ ਦੇ ਵਿੱਚ। ਦਾ ਰੈਜ਼ਿਸਟੈਂਸ ਆਫਰਡ ਬਾਈ ਆ ਇਲੈਕਟ੍ਰੋਲਾਈਟ ਆਫ ਆ ਸੈੱਲ ਦੇ ਵਿੱਚ ਜਿਹੜੀਆਂ ਇਲੈਕਟ੍ਰੋਲਾਈਟ ਹੁੰਦੀਆਂ ਨੇ ਉਹ ਕਿੰਨੀ ਰੈਜ਼ਿਸਟੈਂਸ ਕ੍ਰੀਏਟ ਕਰਦੀਆਂ ਨੇ ਟੂ ਦਾ ਫਲੋ ਆਫ ਆਇਨ, ਜਿਹੜੀਆਂ ਆਇਨ ਫਲੋ ਕਰਦੀਆਂ ਨੇ ਥਰੂ ਦਾ ਇਲੈਕਟ੍ਰੋਲਾਈਟ। ਯਾਨੀ ਕਿ ਜਦੋਂ ਇਲੈਕਟ੍ਰੋਲਾਈਟ ਦੇ ਵਿੱਚ ਦੀ ਆਇਨ ਫਲੋ ਕਰਦੀਆਂ ਨੇ ਤਾਂ ਕਿੰਨੀ ਰੈਜ਼ਿਸਟੈਂਸ ਆਫਰ ਹੁੰਦੀ ਹੈ, ਉਹਨੂੰ ਕੀ ਬੋਲਦੇ ਹਾਂ ਅਸੀਂ? ਇੰਟਰਨਲ ਰੈਜ਼ਿਸਟੈਂਸ ਆਫ ਅ ਸੈੱਲ। ਸਿੰਪਲ ਸ਼ਬਦਾਂ 'ਚ ਇਹ ਕਹਿ ਸਕਦੇ ਹਾਂ ਕਿ ਜਿਹੜੀ ਰੈਜ਼ਿਸਟੈਂਸ ਹੁੰਦੀ ਹੈ ਕਿਸੇ ਸੈੱਲ ਦੀ, ਕਿੰਨੀ ਰੈਜ਼ਿਸਟੈਂਸ ਹੁੰਦੀ ਹੈ ਇੰਟਰਨਲ, ਉਹਨੂੰ ਕੀ ਬੋਲਦੇ ਆ? ਇੰਟਰਨਲ ਰੈਜ਼ਿਸਟੈਂਸ ਆਫ ਅ ਸੈੱਲ। ਕਿਉਂਕਿ ਹਰ ਇੱਕ ਚੀਜ਼ ਦੀ ਕੋਈ ਨਾ ਕੋਈ ਰੈਜ਼ਿਸਟੈਂਸ ਜ਼ਰੂਰ ਹੁੰਦੀ ਹੈਗੀ ਹੈ। ਤਾਂ ਜਿਹੜੀ ਰੈਜ਼ਿਸਟੈਂਸ ਇਲੈਕਟ੍ਰੋਲਾਈਟ ਆਫਰ ਕਰਦੀਆਂ ਨੇ ਟੂ ਦਾ ਫਲੋ ਆਫ ਆਇਨ ਥਰੂ ਦਾ ਸਰਕਿਟ ਜਾਂ ਥਰੂ ਦਾ ਇਲੈਕਟ੍ਰੋਲਾਈਟ, ਉਹਨੂੰ ਕੀ ਬੋਲਦੇ ਹਾਂ ਅਸੀਂ? ਇੰਟਰਨਲ ਰੈਜ਼ਿਸਟੈਂਸ ਆਫ ਅ ਸੈੱਲ ਬੋਲਦੇ ਹੈਗੇ। ਜੇ ਹੁਣ ਡਾਇਗਰਾਮ ਦੀ ਗੱਲ ਕਰੀਏ, ਡਾਇਗਰਾਮ ਦੇ ਵਿੱਚ ਕੀ ਹੈ? ਇੱਕ ਸੈੱਲ ਹੈਗਾ ਜਿਹਦੀ EMF ਕਿੰਨੀ ਹੈ? E ਹੈਗੀ ਹੈ। ਇੱਕ ਉਹਦਾ ਪੋਜ਼ਿਟਿਵ ਟਰਮੀਨਲ ਹੈ ਤੇ ਦੂਸਰਾ ਕੀ ਹੋਣਾ? ਨੈਗੇਟਿਵ ਟਰਮੀਨਲ ਹੈ। ਹੁਣ ਹਾਈ ਰੈਜ਼ਿਸਟੈਂਸ ਵੋਲਟਮੀਟਰ ਦੀ ਰੈਜ਼ਿਸਟੈਂਸ ਹਾਈ ਹੁੰਦੀ ਹੈ ਥਰੂ K1 ਕੀ ਦੇ ਥਰੂ ਕੀ ਕੀਤਾ ਹੈਗਾ? ਕਨੈਕਟ ਕੀਤਾ ਗਿਆ। ਜਿਹੜੀ EMF ਹੈ ਸੈੱਲ ਦੀ ਉਹ E ਹੈ ਤੇ ਇੰਟਰਨਲ ਰੈਜ਼ਿਸਟੈਂਸ ਸੈੱਲ ਦੀ ਅਸੀਂ ਕਿੰਨੀ ਲੈ ਕੇ ਚੱਲ ਰਹੇ ਹਾਂ? ਸਮਾਲ r ਲੈ ਕੇ ਚੱਲ ਰਹੇ ਹੈਗਾ। ਤੇ ਇੱਕ ਰੈਜ਼ਿਸਟੈਂਸ ਕਨੈਕਟਡ ਹੈਗੀ ਸਰਕਟ ਦੇ ਵਿੱਚ ਜਿਹਦੀ ਰੈਜ਼ਿਸਟੈਂਸ ਕਿੰਨੀ ਹੈ? ਕੈਪੀਟਲ R। ਕੈਪੀਟਲ R ਐਕਸਟਰਨਲ ਰੈਜ਼ਿਸਟੈਂਸ ਹੈ ਜੋ ਸਰਕਟ ਦੀ ਹੈ। ਜਿਹੜੀ ਸਮਾਲ r ਹੈ ਉਹ ਇਸ ਸੈੱਲ ਦੀ ਰੈਜ਼ਿਸਟੈਂਸ ਹੈ ਜਿਹਨੂੰ ਸਮਾਲ r ਲੈ ਕੇ ਚੱਲਿਆ। ਤੇ ਇਹ ਕੀ ਹੈ? K2 ਦੇ ਥਰੂ ਕੀ ਜਿਹੜੀ K2 ਹੈ ਉਹਦੇ ਥਰੂ ਕੀ ਹੈ? ਐਕਸਟਰਨਲ ਰੈਜ਼ਿਸਟੈਂਸ ਕਨੈਕਟਡ ਹੈਗੀ ਹੈ। ਤੇ ਕੀ K1 ਦੇ ਥਰੂ ਕੌਣ ਕਨੈਕਟਡ ਹੈਗਾ? ਸਾਡੇ ਕੋਲ ਵੋਲਟਮੀਟਰ ਕਨੈਕਟਡ ਹੈਗਾ। ਹੁਣ ਜੇ ਅਸੀਂ ਗੱਲ ਕਰੀਏ, ਆਪਣੇ ਕੋਲ ਕੋਈ ਨਾ ਕੋਈ ਸੈੱਲ ਹੈ ਜਿਹਦੀ EMF ਕਿੰਨੀ ਹੈ? E ਹੈਗੀ ਹੈ। ਤੇ ਸੈੱਲ ਦੀ ਇੰਟਰਨਲ ਰੈਜ਼ਿਸਟੈਂਸ ਕਿੰਨੀ ਹੈ? R ਹੈ। ਸੈੱਲ ਦੀ EMF ਕਿੰਨੀ ਹੈ? E ਹੈ ਤੇ ਇੰਟਰਨਲ ਰੈਜ਼ਿਸਟੈਂਸ ਸੈੱਲ ਦੀ ਕਿੰਨੀ ਹੈ? ਸਮਾਲ r ਹੈਗੀ ਹੈ। ਤੇ ਉਹਨੂੰ ਕਨੈਕਟ ਕਰਿਆ ਗਿਆ। ਐਕਸਟਰਨਲ ਰੈਜ਼ਿਸਟੈਂਸ ਆਫ ਅ ਸਰਕਟ ਕਿੰਨੀ ਹੈ? ਕੈਪੀਟਲ R। ਯਾਨੀ ਕਿ ਸੈੱਲ ਦੀ ਐਕਸਟਰਨਲ ਰੈਜ਼ਿਸਟੈਂਸ ਕਿੰਨੀ ਹੈ? ਕੈਪੀਟਲ R। ਤੇ ਉਹਨੂੰ ਕਿਹਦੇ ਥਰੂ ਕਨੈਕਟ ਕਰਿਆ ਗਿਆ? K2 ਦੇ ਥਰੂ। ਯਾਨੀ ਕਿ ਕੀ ਕਿੰਨੀ ਹੈਗੀ ਆਪਣੇ ਕੋਲੇ? K2 ਦੇ ਥਰੂ ਕਨੈਕਟ ਕਰਿਆ ਗਿਆ ਹੈਗਾ। ਤੇ ਹਾਈ ਰੈਜ਼ਿਸਟੈਂਸ ਵੋਲਟਮੀਟਰ ਇਜ਼ ਕਨੈਕਟਡ ਟੂ ਦਾ ਸੈੱਲ ਥਰੂ K1। ਯਾਨੀ ਕਿ ਜਿਹੜਾ K1 ਕੀ ਦੇ ਥਰੂ ਹਾਈ ਰੈਜ਼ਿਸਟੈਂਸ, ਕਿਉਂਕਿ ਵੋਲਟਮੀਟਰ ਦੀ ਰੈਜ਼ਿਸਟੈਂਸ ਹਾਈ ਹੁੰਦੀ ਹੈ, K1 ਦੇ ਥਰੂ ਉਹਨੂੰ ਕਨੈਕਟ ਕਰਿਆ ਗਿਆ ਹੈਗਾ। ਉਸ ਤੋਂ ਬਾਅਦ ਕਹਿੰਦੇ ਵੈਨ K1 ਇਜ਼ ਕਲੋਜ਼ਡ, ਜਦੋਂ ਆਪਾਂ ਇਹਨੂੰ ਕਲੋਜ਼ ਕਰ ਦਾਂਗੇ ਤਾਂ ਸਰਕਿਟ ਕਰੰਟ ਇੱਧਰ ਦੀ ਫਲੋ ਕਰਨਾ ਸਟਾਰਟ ਕਰ ਦੇਣਾ। ਠੀਕ ਹੈ, ਇਹ ਹਜੇ ਆਫ ਹੈ। ਦਾ ਵੋਲਟਮੀਟਰ ਇੰਡੀਕੇਟ ਦਾ ਵੈਲਿਊ ਆਫ EMF, ਕਿਉਂਕਿ ਜਦੋਂ ਆਪਾਂ ਦੇਖੋ ਇੱਧਰੋਂ ਕਰੰਟ ਫਲੋ ਕਰਨਾ ਸਟਾਰਟ ਕਰਿਆ ਤਾਂ ਜਿਹੜੀ ਇੱਥੇ ਰੀਡਿੰਗ ਆਉਣੀ ਹੈ ਉਹ ਕਿਹਦੀ ਰੀਡਿੰਗ ਆਉਣੀ ਹੈ? ਇਹਦੀ ਰੀਡਿੰਗ ਆਉਣੀ ਹੈ ਕਿ ਸੈੱਲ ਦੀ, ਜਿੰਨੀ ਸੈੱਲ ਦੀ EMF ਹੋਈ। ਸਿੰਸ ਵੋਲਟਮੀਟਰ ਹੈਜ਼ ਹਾਈ ਰੈਜ਼ਿਸਟੈਂਸ, ਕਿਉਂਕਿ ਵੋਲਟਮੀਟਰ ਦੀ ਰੈਜ਼ਿਸਟੈਂਸ ਹਾਈ ਹੁੰਦੀ ਹੈਗੀ ਹੈ, ਸੋ ਨਿਗਲੀਜੀਬਲ ਕਰੰਟ ਫਲੋ ਥਰੂ ਦਾ ਸੈੱਲ, ਤਾਂ ਕਰਕੇ ਬਹੁਤ ਥੋੜਾ ਕਰੰਟ ਫਲੋ ਕਰਨਾ ਹੈਗਾ ਥਰੂ ਦਾ ਸੈੱਲ। ਜਦੋਂ ਹੁਣ ਜਿਹੜੀ ਕੀ ਹੈ ਕਲੋਜ਼ ਕਰ ਦਾਂਗੇ K2 ਕੀ ਨੂੰ, ਯਾਨੀ ਕਿ ਜਿਹੜੀ ਕੀ ਹੈਗੀ ਆਪਣੇ ਕੋਲੇ K2, ਇਹਨੂੰ ਕਲੋਜ਼ ਕਰ ਦਾਂਗੇ। ਦਾ ਕਰੰਟ I ਵਿਲ ਸਟਾਰਟ ਫਲੋਇੰਗ ਥਰੂ ਦਾ ਸੈੱਲ ਐਂਡ ਐਕਸਟਰਨਲ ਰੈਜ਼ਿਸਟੈਂਸ R। ਕਿਉਂਕਿ ਦੇਖੋ ਜਦੋਂ ਅਸੀਂ ਇਹਨੂੰ ਕਲੋਜ਼ ਕਰ ਦਾਂਗੇ ਤਾਂ ਪਹਿਲਾਂ ਤਾਂ ਕਰੰਟ ਸਿਰਫ ਇਸ ਉੱਪਰ ਵਾਲੀ ਸਾਈਡ ਤੋਂ ਫਲੋ ਕਰ ਰਿਹਾ। ਦੇਖੋ ਪਹਿਲਾਂ ਤਾਂ ਇੱਧਰ ਦੀ ਫਲੋ ਕਰ ਰਿਹਾ, ਹੁਣ ਕਰੰਟ ਕੀ ਕਰਨਾ? ਇਸ ਸਾਈਡ ਤੋਂ ਵੀ ਫਲੋ ਕਰਨਾ ਸਟਾਰਟ ਕਰ ਦੇਣਾ ਹੈਗਾ। ਫਿਰ ਜੇ ਇਸ ਪੁਆਇੰਟ ਤੇ ਅਸੀਂ ਗੱਲ ਕਰੀਏ, ਜਿਹੜੀ ਟੋਟਲ ਰੈਜ਼ਿਸਟੈਂਸ ਹੈ ਉਹ ਸਰਕਟ ਦੀ ਕਿੰਨੀ ਹੋ ਜਾਣੀ ਹੈ? ਐਕਸਟਰਨਲ ਪਲੱਸ ਇੰਟਰਨਲ। ਐਕਸਟਰਨਲ R ਹੈ, ਇੰਟਰਨਲ ਕਿੰਨੀ ਹੈ? ਸਮਾਲ r ਹੈ। ਐਕਸਟਰਨਲ ਕਿੰਨੀ ਹੈ? ਦੇਖੋ ਕੈਪੀਟਲ R, ਸਮਾਲ ਕਿੰਨੀ ਹੈ? ਇੰਟਰਨਲ ਕਿੰਨੀ ਹੈ? ਸਮਾਲ r। ਤਾਂ ਟੋਟਲ ਰੈਜ਼ਿਸਟੈਂਸ ਆ ਹੋਗੀ। ਜਿਹੜਾ ਪੋਟੈਂਸ਼ੀਅਲ ਡਿਫਰੈਂਸ ਹੈ ਅਕ੍ਰੋਸ ਦਾ ਇੰਟਰਨਲ ਰੈਜ਼ਿਸਟੈਂਸ, ਜਿਹੜੀ ਇਸ ਰੈਜ਼ਿਸਟੈਂਸ ਦੇ ਥਰੂ ਪੋਟੈਂਸ਼ੀਅਲ ਡਿਫਰੈਂਸ ਸਾਡੇ ਕੋਲ ਕਿੰਨਾ ਹੋ ਜਾਣਾ ਹੈ? ਉਹਦੇ ਵਿੱਚ ਜਿਹੜੀ R ਹੈ ਇੰਟਰਨਲ ਰੈਜ਼ਿਸਟੈਂਸ ਬਰਾਬਰ ਹੋ ਜਾਣੀ ਹੈ IR ਦੇ ਬਰਾਬਰ ਹੋ ਜਾਣੀ ਹੈ। ਫਿਰ ਅਕੋਰਡਿੰਗ ਟੂ ਡੈਫੀਨੇਸ਼ਨ ਕੀ ਕਹਿੰਦੇ ਸਾਨੂੰ? B ਕਿਹਦੇ ਬਰਾਬਰ ਹੋ ਜਾਣਾ? E ਮਾਈਨਸ IR ਦੇ ਇਕੁਅਲ ਹੋ ਜਾਣਾ। ਯਾਨੀ ਕਿ ਜਿਹੜੀ E ਦੇ ਵਿੱਚੋਂ ਕਿੰਨਾ ਕਰੰਟ ਮਾਈਨਸ ਹੋ ਰਿਹਾ ਤੇ ਕਿੰਨੀ ਉਹਦੀ ਰੈਜ਼ਿਸਟੈਂਸ ਹੈ, ਟੋਟਲ ਰੀਡਿੰਗ ਸਾਡੇ ਕੋਲ ਇਹ ਆ ਜਾਣੀ ਹੈਗੀ। ਹੁਣ ਜੇ ਅਸੀਂ ਗੱਲ ਕਰੀਏ ਜਿਹੜਾ V ਹੈ E ਕਿਹਦੇ ਬਰਾਬਰ ਹੁੰਦਾ? ਸੌਰੀ IR ਦੇ। ਤਾਂ I ਕਿਹਦੇ ਬਰਾਬਰ ਆ ਗਿਆ? E/R ਦੇ। ਹੁਣ ਜੇ ਇੱਥੇ ਗੱਲ ਕਰੀਏ ਸਰਕਟ ਦੇ ਵਿੱਚ ਟੋਟਲ ਰੈਜ਼ਿਸਟੈਂਸ ਕਿੰਨੀ ਹੈ? R ਪਲੱਸ R, ਯਾਨੀ ਕਿ ਇੱਥੇ ਕਿੰਨੀ ਆ ਜਾਣੀ ਹੈ ਸਾਡੇ ਕੋਲ ਟੋਟਲ ਰੈਜ਼ਿਸਟੈਂਸ? E ਕਿਹਦੇ ਬਰਾਬਰ ਹੋ ਗਿਆ? I ਕਿਹਦੇ ਬਰਾਬਰ ਹੈਗਾ? E/R ਪਲੱਸ R। ਹੁਣ ਜੇ ਲਿਖੀਏ ਅਸੀਂ I ਬਰਾਬਰ ਹੋ ਗਿਆ E/R ਪਲੱਸ R, ਕਿਉਂਕਿ B ਬਰਾਬਰ ਹੁੰਦਾ E ਬਰਾਬਰ ਹੁੰਦਾ IR ਦੇ। ਇੱਥੋਂ ਮੈਂ I ਦੀ ਵੈਲਿਊ ਕੱਢ ਲਈ, ਉਹ ਕਿਹਦੇ ਬਰਾਬਰ ਆ ਗਈ? E/R, ਬਟ ਇੱਥੇ ਰੈਜ਼ਿਸਟੈਂਸ R ਪਲੱਸ R ਹੈ, ਯਾਨੀ ਕਿ ਟੋਟਲ ਰੈਜ਼ਿਸਟੈਂਸ ਸਾਡੇ ਕੋਲ ਕੀ ਹੈ? R ਪਲੱਸ R। ਹੁਣ ਜੇ ਗੱਲ ਕਰੀਏ ਇਕੁਏਸ਼ਨ ਨੰਬਰ 1 ਦੇ ਵਿੱਚ 2 ਨੂੰ ਪੁੱਟ ਕਰ ਦਿਓ, ਇਹਨੂੰ ਇੱਥੇ ਪੁੱਟ ਕਰ ਦਿਓ। ਪੁੱਟ ਕਰਾਂਗੇ ਤਾਂ ਕਿੰਨਾ ਬਣ ਗਿਆ? ਦੇਖੋ B ਇਕੁਅਲ ਟੂ E ਮਾਈਨਸ E/R ਪਲੱਸ R ਇੰਟੂ ਕੀ ਆ ਜਾਣਾ? ਸਮਾਲ r। ਦੋਨਾਂ 'ਚ ਕੀ ਕਾਮਨ ਆ ਰਿਹਾ? E ਕਾਮਨ ਆ ਰਿਹਾ, ਅੰਦਰ ਕੀ ਰਹਿ ਗਿਆ? 1 ਮਾਈਨਸ R/R ਪਲੱਸ R। ਹੁਣ ਇਹਦਾ ਐਲਸੀਐਮ ਲੈ ਲਈਏ ਆਪਾਂ। ਐਲਸੀਐਮ ਕਿੰਨਾ ਆ ਗਿਆ? ਐਲਸੀਐਮ ਲੈ ਕੇ ਸੋਲਵ ਕਰੋ। R ਪਲੱਸ R ਪਲੱਸ R ਮਾਈਨਸ R, ਦੇਖੋ ਐਲਸੀਐਮ ਆਹੀ ਆ ਜਾਣਾ।
ਹੁਣ आर ਨਾਲ आर कैंसल आउट हो गई तो साढ़े कोले बी किहदे बराबर आ गया ई इंटू आर बाई आर प्लस आर। इतों क्रॉस मल्टीप्लाई कर लो, इन्हों इधर लै जाओ तो इन्हों इधर लैके आओ, कितना बन गया देखो आर प्लस आर की वैल्यू कितनी आ गई ई आर बाई वी। हुण जी कैपिटल आर है क्योंकि सानू इंटरनल रजिस्टेंस की वैल्यू चाहिए है तो कैपिटल आर उधर लै जाओ, कितना आ गया ई आर बाई वी, इधर प्लस का आर तो उधर जाके किहदा हो गया माइनस का, दोनों के विचों की कॉमन आ गया आर कॉमन आ रहा तो कितना बन गया साढ़े को ई बाई वी -1, दोनों चो आर कॉमन आ रहा तो जी आर की वैल्यू कि आ गई देखो साढ़े को ई बाई बी -1 इंटू आर। ये होंगे इंटरनल रजिस्टेंस लिए एक्सप्रैशन इंपॉर्टेंट है। कई बार पेपर के पूछ लेंगे वट इज इंटरनल रजिस्टेंस ड्राइव एन एक्सप्रैशन, पर ये सीधा लिख देंगे कि आ चीज़ फाइंड करके दिखाओ। जो कई बार पूछ लेंगे कि इंटरनल रजिस्टेंस लिए एक्सप्रैशन फाइंड आउट करो, तो दोनों तरीके क्वेश्चन आ सकता है, इंपॉर्टेंट क्वेश्चन है।